जपियो जिन अर्जुन देव गुरु, फिर संकट जोन गर्भ न आयो। हे प्राणनाथ गोविंद कृपा निधान जगत गुरु। हे संसार ताप हरण, करुणा मैं सब दुख हरो। हे शरण जोग दयाल है, दीनानाथ मया करो। शरीर स्वस्थ क्षीण समय सिमरंत नानक, राम दमोदर माधव। सतनाम श्री वाहिगुरु साहिब जी। सलोक रूप ना रेख ना रंग किछ, त्रिह गुण ते प्रभ भिन्न। तिसह बुझाए नानका, जिस होवै सुप्रसन्न। रूप ना रेख ना रंग किछ, त्रिह गुण ते प्रभ भिन्न। तिसह बुझाए नानका, जिस होवै सुप्रसन्न। अष्टपदी। अविनाशी प्रभ मन मैं राख, मानुख की तू प्रीत त्याग। तिसते परै नाही किछ कोय, सर्ब निरंतर एको सोय। आपे बिना आपे दाना, गहर गंभीर गहीर सुजाना। पार ब्रह्म परमेश्वर गोबिंद, कृपा निधान दयाल बख्शंद। साध तेरे की चरणी पाओ, नानक कै मन एह अनराओ। साध तेरे की चरणी पाओ, नानक कै मन एह अनराओ। वाहिगुरु जी का खालसा, वाहिगुरु जी की फतेह। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਬਾਣੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਆਪ ਸੰਗਤ ਸਰਵਣ ਕਰਨ ਵਾਸਤੇ ਬਹੁਤ ਪਿਆਰ, ਬਹੁਤ ਇਕਾਗਰ ਚਾਉ ਦੇ ਨਾਲ ਰੋਜ਼ ਹੀ ਨਿਤਾ ਪ੍ਰਤੀ ਇਸ ਵਰਚੁਅਲ ਸੰਗਤ ਸੈਸ਼ਨ ਦੇ ਵਿੱਚ ਜੁੜ ਬੈਠਦੇ ਹੋ। ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੈ, ਆਪ ਸੰਗਤ ਨੇ ਬਹੁਤ ਪਿਆਰ ਬਖਸ਼ਿਆ ਹੈ। ਸਾਹਿਬ ਜੀ ਬਖਸ਼ਿਸ਼ ਕਰਨ, ਮਿਹਰਾਮਤ ਕਰਨ, ਤਰਸ ਕਰਨ, ਅੰਦਰ ਦਾ ਚਾਉ ਬਖਸ਼ਣ। ਆਪ ਜਿੰਨੇ ਜੁੜੇ ਹੋ ਅਸੀਸ ਬਖਸ਼ੋ। ਅੱਜ 16ਵੀਂ ਅਸ਼ਟਪਦੀ ਦੀ ਆਰੰਭਤਾ ਹੈ। ਸਲੋਕ ਹੋਰ ਪਹਿਲੇ ਪਦੇ ਦੀ ਅਸੀਂ ਪਾਠ ਰੂਪੀ ਆਰੰਭਤਾ ਕੀਤੀ ਹੈ। ਆਪ ਅਸੀਸ ਬਖਸ਼ੋ। ਕੋਈ ਵੀ ਰਸਨਾ ਵਿਰਵੀ ਨਾ ਰਹੇ। ਸਾਰੀ ਇੱਕ ਵਾਰੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸਲੋਕ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ। ਤਿਸ ਹੈ ਬੁਝਾਏ ਨਾਨਕਾ, ਜੈਸਾ ਹੋਵੈ ਸੁਪ੍ਰਸੰਨ। ਪਿਛਲੀਆਂ ਅਸ਼ਟਪਦੀਆਂ ਦੇ ਵਿੱਚ ਅਸੀਂ ਇਹ ਵਿਚਾਰਿਆ ਸੀ ਕਿ ਉਸ ਪ੍ਰਭੂ ਨੂੰ ਇਸ ਲਈ ਚੇਤਾ ਕਰੀਏ ਕਿਉਂਕਿ ਉਹਨੇ ਸਾਡੀ ਇਹ ਹੋਂਦ ਕਾਇਮ ਕੀਤੀ ਹੈ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਕੀ ਦਾ ਕੀ ਬਣਾਇਆ। ਉਸ ਪ੍ਰਭੂ ਨੂੰ ਹਰ ਵੇਲੇ ਚੇਤੇ ਕਰੀਏ ਜਿਹਨੇ ਸਭ ਕੁਝ ਦਿੱਤਾ ਹੈ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨੈ ਉਬਾਰਿਆ। ਅਤੇ ਕਿਵੇਂ ਚੇਤਾ ਕਰੀਏ। ਸਤਿਗੁਰੂ ਜੀ ਕਹਿੰਦੇ ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ। ਕਿ ਹਰ ਇੱਕ ਕਾਰਜ ਕਰਦਿਆਂ ਉਸ ਪ੍ਰਭੂ ਦਾ ਚੇਤਾ ਕਰੀਏ। ਫਿਰ ਸਤਿਗੁਰੂ ਜੀ ਨੇ ਬਾਰੰਬਾਰ ਇਹ ਦੱਸਿਆ ਕਿ ਉਸ ਪ੍ਰਭੂ ਦਾ ਸ਼ੁਕਰਾਨਾ ਕਰੋ। ਸ਼ੁਕਰਾਨਾ ਕਰਕੇ ਬਾਹਰ ਦਾ ਭੇਖ ਤਿਆਗੋ ਕਿ ਅਸਲ ਦੇ ਵਿੱਚ ਬ੍ਰਾਹਮਣ ਉਹੀ ਹੈ, ਪੰਡਤ ਉਹੀ ਹੈ, ਅਪਰਸ ਉਹੀ ਹੈ ਜਿਹਦੇ ਮਨ ਦੇ ਅੰਦਰ ਝੂਠ ਨਾ ਸਪਰਸ਼ ਕਰੇ। ਜਿਹਦੀ ਜ਼ੁਬਾਨ 'ਤੇ ਝੂਠ ਹੈ ਉਹ ਅਪਰਸ ਕਿਸ ਤਰ੍ਹਾਂ ਹੋਇਆ ਜਾਂ ਵੈਸ਼ਨੋ ਕਿਸ ਤਰ੍ਹਾਂ ਹੋਇਆ। ਜਿਹੜਾ ਕਹੇ ਕਿ ਮੈਂ ਜੀਆਂ ਦਾ ਘਾਣ ਨਹੀਂ ਕਰਦਾ ਪਰ ਮਨ ਕਰਕੇ ਜਾਂ ਜੀਵਨ ਕਰਕੇ
ਇਨਸਾਨਾਂ ਦਾ ਹੀ ਘਾਣ ਕਰਦਾ ਹੋਏ ਤੇ ਉਹ ਵੈਸ਼ਨੂੰ ਕਿਸ ਤਰ੍ਹਾਂ ਹੋਇਆ। ਸਤਿਗੁਰੂ ਜੀ ਨੇ ਉਸ ਤੋਂ ਬਾਅਦ ਫਿਰ ਅਗਲੀਆਂ ਅਸ਼ਟਪਦੀਆਂ ਦੇ ਵਿੱਚ ਤਿਆਗਣ ਦੀ ਗੱਲ ਕੀਤੀ ਕਿ ਭਾਈ ਹਉਮੈ ਨੂੰ ਤਿਆਗਿਆ ਜਾਏ। ਉਸ ਤੋਂ ਬਾਅਦ ਸਤਿਗੁਰੂ ਜੀ ਨੇ ਇਹ ਦੱਸ ਦਿੱਤਾ ਕਿ ਬ੍ਰਹਮ ਗਿਆਨੀ ਜਿਹੜਾ ਹੋਏਗਾ ਉਹ ਸੱਚੀ ਮੁੱਚੀ ਪ੍ਰਭੂ ਦਾ ਰੂਪ ਹੋਏਗਾ। ਉਹਦੇ ਅੰਦਰ ਇਹ ਮੈਲ ਵਾਲੀ ਬਿਰਤੀਆਂ ਜਾਂ ਇਹ ਮਲੀਨਤਾ ਵਾਲੇ ਜਿੰਨੇ ਵੀ ਫੁਰਨੇ ਨੇ ਉਹ ਨਹੀਂ ਹੋਣਗੇ ਔਰ ਉਹਦਾ ਸੁਭਾਅ ਪ੍ਰਭੂ ਵਾਲਾ ਸੁਭਾਅ ਹੋਏਗਾ। ਫਿਰ ਸਤਿਗੁਰੂ ਜੀ ਨੇ ਸਾਧ ਤੇ ਸੰਤ ਅਵਸਥਾ ਨੂੰ ਦ੍ਰਿੜ ਕਰਾਇਆ ਕਿ ਜਿਹੜਾ ਬੰਦਗੀ ਦੇ ਮਾਰਗ ਤੇ ਤੁਰਦਾ ਹੈ ਉਹ ਵੀ ਸਾਧ ਹੈ, ਜਿਹੜਾ ਮਨ ਨੂੰ ਸਾਧ ਰਿਹਾ। ਔਰ ਸਤਿਗੁਰੂ ਜੀ ਨੇ ਫਿਰ ਦੱਸਿਆ ਕਿ ਸਭ ਤੋਂ ਮਾੜੀ ਇਸ ਧਰਤੀ ਦੇ ਉੱਤੇ ਜੇ ਬੰਦਗੀ ਇਬਾਦਤ ਕਰਦਿਆਂ ਸੇਵਾ ਕਰਦਿਆਂ ਹਉਮੈ, ਤੇ ਫਿਰ ਸਤਿਗੁਰੂ ਜੀ ਕਹਿੰਦੇ ਇਸ ਹਉਮੈ ਨੂੰ ਤਿਆਗੋ, ਇਸ ਮੈਂ ਨੂੰ ਤਿਆਗੋ। ਔਰ ਉਸ ਸੂਖਸ਼ਮ ਹਉਮੈ ਨੂੰ ਸਤਿਗੁਰੂ ਜੀ ਨੇ ਬੜੇ ਬੜੇ ਰੂਪ ਦੇ ਵਿੱਚ ਬਿਆਨ ਕੀਤਾ। ਕਿਸੇ ਨੂੰ ਵਿੱਦਿਆ ਦੀ ਹੈ, ਕਿਸੇ ਨੂੰ ਪੰਡਤ ਅਖਵਾਉਣ ਦੀ ਹੈ, ਕਿਸੇ ਨੂੰ ਆਪਣੇ ਘਰ ਦੀ ਹੈ, ਕਿਸੇ ਨੂੰ ਰੂਪਵੰਤ ਦੀ ਹੈ, ਕਿਸੇ ਨੂੰ ਆਪਣੇ ਜੋਬਨ ਦੀ ਹੈ। ਕਈ ਰੂਪ ਦੇ ਵਿੱਚ ਸੂਖਸ਼ਮ ਹਉਮੈ ਵਰਤ ਰਹੀ ਹੈ। ਫਿਰ ਸਤਿਗੁਰੂ ਜੀ ਦਾ ਇਹ ਬਾਣੀ ਦਾ ਸਫ਼ਰ ਅਗਾਂਹ ਤੁਰਦਾ ਗਿਆ ਅਤੇ ਸਤਿਗੁਰੂ ਜੀ ਨੇ ਪਿਛਲੇ ਸਫ਼ਰ ਦੇ ਵਿੱਚ ਵੀ, ਪਿਛਲੀਆਂ 2 ਅਸ਼ਟਪਦੀਆਂ ਦੇ ਵਿੱਚ ਵੀ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜਨ ਦੀ ਹੀ ਤਾਕੀਦ ਕੀਤੀ ਹੈ, ਭਾਵੇਂ ਉਹ ਸਾਧ ਜਨ ਨੇ, ਭਾਵੇਂ ਉਹ ਸੰਤ ਜਨ ਦੀ ਸੰਗਤ ਹੈ। ਔਰ ਇਹ ਆਖ ਦਿੱਤਾ ਕਿ ਜਿਉਂਦੇ ਜੀ ਮਨੁੱਖਾਂ ਦੀ ਆਸ ਤਾਂ ਬਹੁਤ ਹੁੰਦੀ ਹੈ, ਪਰ ਅਸਲ ਦੇ ਵਿੱਚ ਇਹ ਜਿਹੜੀ ਮਨੁੱਖਾਂ ਦੀ ਆਸ ਹੈ ਇਹ ਐਸਾ ਮੋਹ ਪੈਦਾ ਕਰਦੀ ਹੈ ਜਿਸ ਮੋਹ ਵਿੱਚੋਂ ਦੁੱਖ, ਡਾਢਾ ਦੁੱਖ ਪੈਦਾ ਹੁੰਦਾ ਹੈ। ਅਤੇ ਸਾਹਿਬ ਜੀ ਇਸ ਬਾਣੀ 'ਚ ਹੌਲੀ ਹੌਲੀ ਇਹ ਸਮਝਾਉਂਦੇ ਨੇ ਕਿ ਮਨੁੱਖੀ ਮੋਹ ਘਟਾ ਕੇ ਅਸੀਂ ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਭਉ ਜਾਏ, ਇੱਕ ਆਸ ਇੱਕ ਪ੍ਰਭੂ ਨਾਲ ਜੁੜੀਏ। ਪਰ ਉਹ ਪ੍ਰਭੂ ਹੁਣ ਕਿਹੋ ਜਿਹਾ ਹੈ, ਉਸ ਪ੍ਰਭੂ ਦੀ ਕੀ ਸ਼ਖਸੀਅਤ ਹੈ, ਕਿਵੇਂ ਦਾ ਹੈ। ਜੇ ਕੋਈ ਪ੍ਰਸ਼ਨ ਕਰੇ ਧੰਨ ਗੁਰੂ ਅਰਜਨ ਸਾਹਿਬ ਜੀ ਕਿ ਉਸ ਪ੍ਰਭੂ ਬਾਰੇ ਦੱਸੋ, ਕਿਸ ਤਰ੍ਹਾਂ ਅਸੀਂ ਵੇਖਣਾ ਚਾਹੁੰਦੇ ਹਾਂ, ਕਿਵੇਂ, ਕਿੱਥੇ ਵਰਤਦਾ, ਕਿੱਥੇ ਰਹਿੰਦਾ, ਕਿੱਥੇ ਵਸਦਾ, ਕਿਹੋ ਜਿਹੀ ਉਹਦੀ ਤਾਕਤ ਹੈ। ਜਿਸ ਪ੍ਰਭੂ ਨੂੰ ਆਪ ਜੀ ਨੇ ਇਹ ਆਖਿਆ ਕਿ ਧਿਆਓ ਅਤੇ ਉਹਦੀ ਟੇਕ ਲਓ, ਉਹਦੀ ਆਸਰਾ, ਉਹਦਾ ਆਸ ਲਓ। ਅਤੇ ਫਿਰ ਸਤਿਗੁਰੂ ਜੀ ਅੱਜ ਦੀ 16ਵੀਂ ਅਸ਼ਟਪਦੀ ਦੇ ਸਲੋਕ ਦੇ ਵਿੱਚ ਇਹ ਸਮਝਾਉਂਦੇ ਨੇ ਕਿ ਜਿਸ ਪ੍ਰਭੂ ਨੂੰ ਅਸੀਂ ਮਿਲਣ ਚੱਲੇ ਹਾਂ, ਜਿਸ ਪ੍ਰਭੂ ਦੀ ਪ੍ਰਾਪਤੀ ਦੇ ਯਤਨ ਨੇ, ਜਿਸ ਪ੍ਰਭੂ ਨੂੰ ਚੇਤੇ ਕਰਦੇ ਹਾਂ, ਸਤਿਗੁਰੂ ਜੀ ਕਹਿੰਦੇ ਆ ਰੂਪ ਨਾ ਰੇਖ ਨਾ ਰੰਗ ਕਿਛ, ਨਾ ਉਸ ਪ੍ਰਭੂ ਦਾ ਕੋਈ ਰੂਪ ਹੈ, ਨਾ ਰੇਖ ਹੈ, ਨਾ ਰੰਗ ਹੈ। ਰੇਖ ਦਾ ਮਤਲਬ ਜਿਸ ਤਰ੍ਹਾਂ ਰੇਖਾਵਾਂ ਨੇ ਸਾਡੇ ਹੱਥ ਦੇ ਵਿੱਚ ਕਿ ਕਿਸ ਤਰ੍ਹਾਂ ਕੋਈ ਚਿੱਤਰ ਬਣਾ ਦੇ, ਨਹੀਂ, ਉਹਦਾ ਕੋਈ ਚਿੱਤਰ ਵੀ ਨਹੀਂ, ਰੇਖ ਵੀ ਨਹੀਂ, ਕੋਈ ਰੰਗ ਉਹਦਾ ਖਾਸ ਉਹ ਵੀ ਨਹੀਂ। ਨਾ ਉਹ ਕਾਲਾ ਹੈ ਅਤੇ ਨਾ ਉਹ ਗੋਰਾ ਹੈ, ਨਾ ਉਹ ਸਲੇਰੇ ਰੰਗ ਦਾ ਹੈ ਅਤੇ ਨਾ ਉਹ ਸਾਂਵਲੇ ਰੰਗ ਦਾ ਹੈ। ਉਹ ਕਿਸੇ ਰੰਗ ਦੇ ਵਿੱਚ ਨਹੀਂ ਹੈ, ਸਾਰੇ ਉਹਦੇ ਰੰਗ ਨੇ। ਰੂਪ ਨਾ ਰੰਗ ਨਾ ਰੇਖ ਕਿਛ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੇਹ ਗੁਣ। ਇਹਨੂੰ ਤ੍ਰੈ ਗੁਣ ਅਸੀਂ ਅਕਸਰ ਪੜ੍ਹ ਜਾਂਦੇ ਹਾਂ ਜਲਦਬਾਜ਼ੀ 'ਚ, ਜਦ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਹੈ ਸੰਗਤੀ ਤੌਰ 'ਤੇ ਰਲ ਮਿਲ ਕੇ, ਅਤੇ ਕਾਲ ਜਲਦਬਾਜ਼ੀ 'ਚ ਅਸੀਂ ਇਹ ਪੜ੍ਹ ਦਿੰਦੇ ਹਾਂ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭੂ। ਤ੍ਰੈ ਗੁਣ ਤਾਂ ਹੁੰਦਾ ਜੇ ਤੱਤੇ ਪੈਰੇ ਰਾਰਾ ਹੁੰਦਾ ਅਤੇ ਤੱਤੇ ਨੂੰ ਦੁਲਾਵਾਂ ਪਈਆਂ ਹੁੰਦੀਆਂ, ਤਾਂ ਇਹ ਤ੍ਰੈ ਤੇ ਜਾਂ ਤ੍ਰੇ ਗੁਣ ਬਣਦਾ। ਪਰ ਇਹ ਤ੍ਰੇਹ ਗੁਣ, ਇਹ ਤ੍ਰੈ ਗੁਣ ਤਾਂ ਬਣੇ ਜਦ ਹਾਹੇ ਨੂੰ ਸਿਹਾਰੀ ਆ ਜਾਏ, ਪਰ ਸਿਹਾਰੀ ਤੱਤੇ ਨੂੰ ਹੈ। ਇਹਨੂੰ ਤ੍ਰੈ ਗੁਣ ਨਹੀਂ ਪੜ੍ਹਨਾ, ਇਹਨੂੰ ਤ੍ਰੇਹ ਗੁਣ ਪੜ੍ਹਨਾ ਹੈ। ਤਿੰਨਾਂ ਗੁਣਾਂ ਤੋਂ ਨਿਰਲੇਪ ਹੈ। ਉਚਾਰਨ ਦਾ ਬਹੁਤ ਧਿਆਨ ਰੱਖਣਾ ਹੈ। ਉਸ ਪ੍ਰਭੂ ਦਾ ਨਾ ਕੋਈ ਰੂਪ ਹੈ, ਨਾ ਰੇਖਾ ਹੈ, ਨਾ ਰੰਗ ਹੈ। ਤ੍ਰੈ ਗੁਣ ਤਮੋ ਸਤੋ ਤੇ ਰਜੋ, ਆਸ਼ਾ ਮਨਸ਼ਾ ਤ੍ਰਿਸ਼ਨਾਵਾਂ ਨਿੰਦਾ ਚੁਗਲੀ। ਸਤੋ ਗੁਣੀ ਭਾਵ ਕਿ ਇਕੱਲਾ ਧਰਮੀ ਹੋ ਜਾਏ ਕੋਈ ਬੰਦਾ ਅਤੇ ਕਹੇ ਉਹ ਮੈਂ ਰੱਬ ਦੀ ਪ੍ਰਾਪਤੀ ਕਰ ਲਈ, ਅਤੇ ਅਸੀਂ ਸਾਰੀ ਸੱਚੀ ਮੁੱਚੀ ਸਤੋ ਗੁਣੀ ਅਵਸਥਾ ਦੇ ਵਿੱਚ ਵਿਚਰਦੇ ਹਾਂ, ਪਰ ਰੱਬ ਤੱਕ ਅਸੀਂ ਤਾਂ ਵੀ ਨਹੀਂ ਪਹੁੰਚ ਸਕਦੇ, ਕਿਉਂਕਿ ਅਸੀਂ ਤ੍ਰੈ ਗੁਣਾਂ ਦੇ ਵਿੱਚ ਆ। ਅਸੀਂ ਮਨਸਾ ਕਰਕੇ ਹੀ ਉਸ ਪ੍ਰਭੂ ਨੂੰ ਧਿਆ ਰਹੇ ਹਾਂ, ਅਸੀਂ ਕਾਮਨਾਵਾਂ ਕਰਕੇ ਉਹਨੂੰ ਚੇਤੇ ਕਰ ਰਹੇ ਹਾਂ। ਪਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਾਮਨਾ ਤੋਂ ਨਹਿ ਕਾਮਨ ਹੋ ਕੇ ਉਹਨੂੰ ਧਿਆਓ, ਕਿਉਂਕਿ ਤ੍ਰੈ ਗੁਣਾਂ ਦੇ ਵਿੱਚ ਨਹੀਂ ਹੈ। ਤ੍ਰੇਹ ਗੁਣ ਇਹਦੀ ਵਿਚਾਰ ਕਰਾਂਗੇ, ਤਮੋ ਗੁਣ 'ਚ ਕੀ ਹੈ, ਰਜੋ ਗੁਣ 'ਚ ਕੀ ਕੁਛ ਆਉਂਦਾ ਅਤੇ ਸਤੋ ਗੁਣ 'ਚ ਕੀ ਆਉਂਦਾ। ਤ੍ਰੇਹ ਗੁਣ ਤੇ ਪ੍ਰਭ ਭਿੰਨ ਉਸ ਤੋਂ ਨਿਰਲੇਪ ਹੈ। ਤਿਸ ਹੈ ਬੁਝਾਏ ਨਾਨਕਾ ਜਿਸ ਹੋਵੈ ਸੁਪ੍ਰਸੰਨ। ਉਹਨੂੰ ਹੀ ਇਸ ਗੱਲ ਦੀ ਸੋਝੀ ਪੈਂਦੀ ਹੈ, ਨਹੀਂ ਤੇ ਸਾਡੇ ਵਰਗੇ ਸਾਰੇ ਹੀ ਤੁਰੇ ਹੋਏ ਹੈ ਉਸ ਪ੍ਰਭੂ ਨੂੰ ਧਿਆਉਣ ਵਾਸਤੇ, ਪਰ ਸਾਰੇ ਹੀ ਅਸੀਂ ਤ੍ਰੈ ਗੁਣੀ ਅਵਸਥਾ ਦੇ ਵਿੱਚ ਧਿਆ ਰਹੇ ਹਾਂ। ਤਾਂ ਹੀ ਉਹ ਮਨ ਦੇ ਕਲੇਸ਼ ਵੀ ਨਹੀਂ ਦੂਰ ਹੁੰਦੇ।
ਭਾਵੇਂ 2-2 ਘੰਟੇ ਹੱਥ ਵਿੱਚ ਗੁਟਕਾ ਫੜ ਕੇ ਬਾਣੀ ਪੜ੍ਹੀਏ, ਪਰ ਮਨ ਦੇ ਅੰਦਰ ਦੀਆਂ ਵਾਸ਼ਨਾਵਾਂ ਉਹੀ ਨੇ। ਮਨ ਦੇ ਅੰਦਰ ਸ਼ਾਂਤੀ ਆ ਸਹਿਜ ਨਹੀਂ ਹੈ, ਕਿਉਂਕਿ ਤ੍ਰੈਗੁਣੀ ਅਵਸਥਾ ਵਰਤ ਰਹੀ ਹੈ। ਪਰ ਕਿਸੀ ਬੁਰਲੇ ਨੂੰ ਪ੍ਰਭੂ ਬੁਝਾਉਂਦੇ ਨੇ। ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੁਪ੍ਰਸੰਨ। ਸੁਪ੍ਰਸੰਨ ਦਾ ਮਤਲਬ ਹੈ ਜਿਹਦੇ ਉੱਤੇ ਉਹ ਤਰਸ ਕਰੇ, ਜਿਹਦੇ ਉੱਤੇ ਪ੍ਰਭੂ ਦੀ ਖੁਸ਼ੀ ਹੋਏ, ਮਿਹਰ ਹੋਏ, ਉਹਨੂੰ ਹੀ ਇਸ ਗੱਲ ਦੀ ਸਮਝ ਆਉਂਦੀ ਹੈ। ਔਰ ਹੁਣ ਉਹ ਖਸਮ, ਉਹ ਵਾਹਿਗੁਰੂ ਤ੍ਰੈਗੁਣੀ ਅਵਸਥਾ ਤੋਂ ਉੱਤੇ ਉੱਠ ਕੇ ਕਿਹੋ ਜਿਹਾ, ਕਿਵੇਂ ਪਛਾਣਿਆ ਜਾ ਸਕਦਾ ਹੈ? ਦੱਸ ਦਿੱਤਾ ਕਿ ਰੂਪ ਰੇਖ ਰੰਗ ਨਹੀਂ ਹੈ, ਦਾ ਮਤਲਬ ਅੱਖਾਂ ਤੋਂ ਨਹੀਂ ਵੇਖਿਆ ਜਾ ਸਕਦਾ, ਉਹਦਾ ਸਪਰਸ਼ ਨਹੀਂ ਲਿਆ ਜਾ ਸਕਦਾ। ਤੇ ਹੁਣ ਗੁਰੂ ਅਰਜਨ ਸਾਹਿਬ ਜੀ ਕਰੋ ਕਿਰਪਾ, ਸਮਝਾਓ ਅਸ਼ਟਪਦੀ ਦੇ ਵਿੱਚ, ਇਹਨੂੰ ਖੋਲ ਕੇ ਦੱਸੋ ਕਿ ਉਹ ਪ੍ਰਭੂ ਕਿਸ ਰੂਪ ਦੇ ਵਿੱਚ ਵਰਤ ਰਿਹਾ ਤੇ ਅਸੀਂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ। ਸੋ ਸਾਹਿਬ ਜੀ ਕਿਰਪਾ ਕਰਦੇ ਨੇ। ਆਓ ਜੀ ਸਾਰੇ ਹੀ ਨਾਲ ਨਾਲ ਰੱਜ ਕੇ ਜਪ ਕੇ ਪੜ੍ਹੀਏ ਜੀ ਅਸ਼ਟਪਦੀ। ਅਬਨਾਸੀ ਪ੍ਰਭ ਮਨ ਮਹਿ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ। ਅਬਨਾਸ਼ੀ ਹੈ, ਇਹਦਾ ਮਤਲਬ ਕਿ ਜਿਸ ਮਨੁੱਖ, ਜਿਸ ਭਾਵ ਚੌਗਿਰਦੇ 'ਚ ਅਸੀਂ ਸਾਰੇ ਆਪਸੀ ਪ੍ਰੀਤ ਰੱਖੀ ਬੈਠੇ ਹਾਂ। ਠੀਕ ਹੈ, ਮਨੁੱਖੀ ਇੱਕ ਸੋਸ਼ਲ ਐਨੀਮਲ ਆ, ਅਸੀਂ ਪ੍ਰੀਤ ਰੱਖਦੇ ਹਾਂ। ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹਉਮੈ ਪਾਈ। ਉਸ ਪ੍ਰਭੂ ਨੇ ਹੀ ਮਾਇਆ ਲਗਾ ਦਿੱਤੀ ਹੈ ਕਿ ਕੁਰਬਾਨ ਉਸ ਪ੍ਰਭੂ ਤੋਂ ਜਾਂਦੇ ਹਾਂ ਜਿਹਨੇ ਇਹ ਮੋਹ ਮਿੱਠਾ ਲਾ ਦਿੱਤਾ ਹੈ। ਪ੍ਰਭੂ ਨੇ ਮੋਹ ਮਿੱਠਾ ਲਾਇਆ ਹੈ, ਪਰ ਇਸ ਮੋਹ ਮਿੱਠੇ ਦੇ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਆ ਕਿ ਇਹ ਜਿਹੜੇ ਅਸੀਂ ਮਾਨਖ ਦੀ ਪ੍ਰੀਤ ਰੱਖ ਰਹੇ ਹਾਂ ਸਭ ਨਾਸ਼ ਹੋਣ ਵਾਲੀ ਹੈ। ਅਬਨਾਸ਼ੀ ਉਹ ਖਸਮ ਹੈ। ਅਬਨਾਸੀ ਪ੍ਰਭ ਮਨ ਮਹਿ ਰਾਖ। ਭਾਵੇਂ ਗ੍ਰਸਤ ਦੇ ਵਿੱਚ ਮਨੁੱਖ ਨਾਸ਼ਵੰਤ ਪਦਾਰਥ, ਨਾਸ਼ਵੰਤ ਜੀਆਂ ਦੇ ਵਿੱਚ ਰਹਿੰਦਾ ਹੈ, ਪਰ ਮਹਾਰਾਜ ਕਹਿੰਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਹਿਰਦੇ ਵਿੱਚ ਜਿਹੜਾ ਨਾ ਨਾਸ਼ ਹੋ ਸਕੇ, ਅਬਨਾਸੀ ਦੀ ਪ੍ਰੀਤ ਕਰ, ਉਹਨੂੰ ਚੇਤੇ ਕਰ। ਅਬਨਾਸੀ ਪ੍ਰਭ ਮਨ ਮਹਿ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ। ਹੌਲੀ ਹੌਲੀ ਮਹਾਰਾਜ ਜੀ ਕਹਿੰਦੇ ਹੈ ਅਬਨਾਸ਼ੀ ਦੀ ਪ੍ਰੀਤ ਕਰ ਤੇ ਨਾਸ਼ਵੰਤ ਜੋ ਵੀ ਹੈ ਉਹਦੀ ਪ੍ਰੀਤ ਤਿਆਗਣੀ ਘੱਟ ਕਰ ਦੇ ਜੀ। ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਮ ਨਿਰੰਤਰ ਏਕੋ ਸੋਏ। ਉਸ ਖਸਮ ਤੋਂ ਪਰਾਂ ਕੁਛ ਵੀ ਨਹੀਂ ਹੈ, ਉਹੀ ਤਾਕਤਵਰ ਹੈ, ਉਸ ਤੋਂ ਬਾਹਰ ਕੁਛ ਵੀ ਨਹੀਂ ਹੈ। ਸਭ ਕੁਛ ਹੋਈ ਹੈ, ਬਣਾਉਣ ਵਾਲਾ ਵੀ ਹੈ, ਕਰਨ ਕਾਰਨ ਸਮਰੱਥ ਦੇਵ ਉਹੀ ਹੈ। ਇਹਨੂੰ ਹੀ ਕਿਹਾ ਤਿਸ ਤੇ ਪਰੈ ਨਾਹੀ ਕਿਛ ਕੋਏ। ਉਸ ਤੋਂ ਪਰਾਂ ਕੁਛ ਵੀ ਨਹੀਂ ਹੈ, ਉਸ ਤੋਂ ਬਾਹਰ ਕੁਛ ਵੀ ਨਹੀਂ ਹੈ। ਸਰਬ ਨਿਰੰਤਰ ਏਕੋ ਸੋਏ। ਸਾਰਿਆਂ ਦੇ ਅੰਤਰ ਨਿਰਅੰਤਰ ਵਸਣ ਵਾਲਾ ਉਹ ਖਸਮ ਹੈ। ਭਾਵੇਂ ਕੋਈ ਉੱਚਾ, ਭਾਵੇਂ ਨੀਵਾਂ, ਭਾਵੇਂ ਵੱਡਾ, ਭਾਵੇਂ ਛੋਟਾ, ਭਾਵੇਂ ਕਾਲਾ, ਭਾਵੇਂ ਗੋਰਾ, ਸਭ ਦੇ ਵਿੱਚ ਉਹ ਪ੍ਰਭੂ ਖਸਮ ਵਰਤ ਰਿਹਾ ਹੈ। ਉਸ ਖਸਮ ਨਾਲ ਜੁੜੀਏ। ਮਨੁੱਖਾਂ ਦੀ ਪ੍ਰੀਤ ਸਾਡੇ ਅੰਦਰ ਕਲੇਸ਼ ਪੈਦਾ ਕਰ ਸਕਦੀ ਹੈ, ਸਾਡੇ ਅੰਦਰ ਗੁੱਸਾ ਕ੍ਰੋਧ ਪੈਦਾ ਕਰ ਸਕਦੀ ਹੈ, ਪਰ ਜੇ ਅਬਨਾਸ਼ੀ ਨਾਲ ਜੁੜ ਜਾਵਾਂਗੇ ਫਿਰ ਪਤਾ ਲੱਗ ਜਾਏਗਾ ਜਿਹੜਾ ਉੱਚਾ ਬੋਲਦਾ, ਜਿਹੜਾ ਕ੍ਰੋਧ ਵੀ ਕਰਦਾ, ਉਹਦੇ ਅੰਦਰ ਵੀ ਤੇ ਖਸਮ ਬੈਠਾ ਹੋਇਆ। ਕੋਈ ਨਹੀਂ, ਫਿਰ ਜਿਹੜਾ ਇਹ ਵਾਲਾ ਖਸਮ ਹੈ ਜਿਹੜਾ ਸਭ ਦੇ ਅੰਦਰ ਬੈਠਾ ਹੈ, ਫਿਰ ਉਹ ਆਪਸੀ ਤਾਲਮੇਲ ਸਾਰਿਆਂ ਨਾਲ ਬਣਾ ਲਏਗਾ। ਉਹਨੂੰ ਪਤਾ ਲੱਗੇਗਾ ਸਭੇ ਘਟ ਰਾਮ ਬੋਲੇ, ਰਾਮਾ ਬੋਲੇ, ਇੱਕ ਹੀ ਹੈ ਸਾਰਿਆਂ ਦੇ ਵਿੱਚ। ਫਿਰ ਕਾਹਦਾ ਭੇਤ ਰੱਖਣਾ, ਫਿਰ ਕਾਹਦਾ ਕਿਸੇ ਦੇ ਨਾਲ ਖਾਰ ਰੱਖਣੀ। ਇਸ ਕਰਕੇ ਸਾਹਿਬ ਜੀ ਕਹਿੰਦੇ ਤਿਸ ਤੇ ਪਰੈ ਨਾਹੀ ਕਿਛ ਕੋਏ। ਉਹ ਉਸ ਤੋਂ ਪਰਾਂ ਕੁਛ ਹੈ ਤੇ ਮੈਨੂੰ ਦੱਸੋ, ਕੁਛ ਵੀ ਨਹੀਂ ਹੈ। ਸਰਬ ਨਿਰੰਤਰ ਏਕੋ ਸੋਏ। ਇੱਕੋ ਹੀ ਇੱਕ ਓੰਕਾਰ ਹੀ ਸਭ ਦੇ ਅੰਤਰ ਵਰਤ ਰਿਹਾ ਹੈ ਜੀ। ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੁਜਾਨਾ। ਆਪੇ ਬਿਨਾ ਆਪੇ ਦਾਨਾ। ਬਿਨਾ ਦਾ ਮਤਲਬ ਦੇਖਣ ਵਾਲਾ। ਬਿਨਾ ਇਹ ਲਫ਼ਜ਼ ਫਾਰਸੀ ਦਾ ਹੈ, ਉਰਦੂ ਫਾਰਸੀ ਤੋਂ ਆਇਆ ਹੋਇਆ। ਬਿਨਾ ਦਾ ਮਤਲਬ ਦੇਖਣਾ, ਪਰਖਣਾ, ਵਿਚਾਰਨਾ। ਸਤਿਗੁਰੂ ਜੀ ਕਹਿੰਦੇ ਆ ਉਹ ਪਹਿਲਾਂ ਵੇਖਦਾ ਹੈ ਚੰਗੀ ਤਰ੍ਹਾਂ ਕਿ ਕਿਹਨੂੰ ਕਿਹੜੀ ਦਾਤ ਦੇਣੀ ਹੈ। ਪਹਿਲਾਂ ਵੇਖਦਾ ਹੈ ਤੇ ਫਿਰ ਉਹ ਦਾਤ ਦਿੰਦਾ ਹੈ। ਉਹ ਐ ਨਹੀਂ ਦਾਤ ਦਿੰਦਾ ਬਿਨਾਂ ਦੇਖੇ। ਆਪੇ ਬਿਨਾ ਆਪੇ ਦਾਨਾ। ਭਾਂਡਾ ਉਹ ਤਣਕਾ ਕੇ ਦੇਖਦਾ ਹੈ ਕਿਹੜੀ ਦਾਤ ਕਿਸ ਭਾਂਡੇ ਵਿੱਚ ਟਿਕ ਸਕਦੀ ਹੈ। ਆਪੇ ਬਿਨਾ ਆਪੇ ਦਾਨਾ, ਦੇਖਣ ਵਾਲਾ, ਦਾਨ ਦੇਣ ਵਾਲਾ ਹੈ। ਗਹਿਰ ਗੰਭੀਰ ਗਹੀਰ ਸੁਜਾਣਾ। ਬਹੁਤ ਗਹਿਰਾ ਹੈ, ਬਹੁਤ ਗੰਭੀਰ ਹੈ, ਬਹੁਤ ਡੂੰਘਾ ਹੈ, ਬੜਾ ਵਿਸ਼ਾਲ ਹੈ। ਗਹੀਰ ਦਾ ਮਤਲਬ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਬਹੁਤ ਸਿਆਣਾ ਹੈ, ਸੁਜਾਨਾ ਹੈ। ਉਹ ਇਆਣਾ ਨਹੀਂ ਹੈ, ਉਹਨੂੰ ਇਆਣਾ ਨਾ ਜਾਣੋ। ਉਹ ਸਭ ਕੁਛ ਜਾਣਦਾ, ਸਭ ਕੁਛ ਦੇਖ ਰਿਹਾ, ਸਭ ਕੁਛ ਉਹਦੇ ਹੁਕਮ 'ਚ ਵਰਤ ਰਿਹਾ ਹੈ ਜੀ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ਿੰਦ। ਉਹ ਪਾਰ ਬ੍ਰਹਮ ਹੈ, ਪਰਮੇਸ਼ਰ ਹੈ, ਗੋਬਿੰਦ ਹੈ।
सदा रहण वाला है, धरती का पालक है, धरती नूं बढ़ाउण वाला है, धरती नूं फनाह करन वाला है। कृपा निधान दयाल बख्शंद, कृपा का घर है, उहदे तो कोई अरजोई करे, उहदे चरनां 'च कोई टिके, वो पाप नूं भी बख्श दिंदा है। वो इन्ना दयालु है, वो गई बहोड़ है, वो गई हुई भी वापस लैके आउण वाला है। वो सब कुछ करन वाला है। जे ओदी रज़ा होए, ओदा हुक्म होए, जे ओदा तरस होए, ते वो हर सब कुछ करन दे समर्थ है। पार ब्रह्म परमेश्वर गोबिंद, कृपा निधान दयाल बख्शंद, दयालु है ते बख्शण वाला है साडे पाप जी। साथ तेरे की चरनी पाऊं, नानक कै मन एह अनराओ। पर यह गल जिन्ना चिर तक बंदगी करने वाले भाव प्रभु के साध जिन्हां दी चरनी ना पईए, साध जिन्हां दी संगत दे विच ना बैठीए, उन्ना चिर तक नहीं पता लगता कि उस अविनाशी प्रभु की की ताकत है। इस करके गुरु अर्जन साहब जी कहते साध तेरे की चरनी पाऊँ, मैं तुहाडे बख्शे होयां दी चरनी लगा, मैं उन्हां दी सोहबत विच जावां। नानक कै मन एह अनराओ, मेरे मन दे विच यही इच्छा है कि मैनू कूड़ियां दा भाव निंदकां दा भाव पापियां दा संग तजा के अपने बंदगी करन वालियां दा साथ दिओ, ताकि मेरे जीवन दे विच भी परमेश्वर दे गुणां दी खुशबू महक फैले जी। मनसा पूर्ण शरणा जोग, जो कर पाया सोई होग। मनसा मन दी आसा, मन दी आसा तो लफ्ज़ मनसा बनया। मन दी हर आसा पूर्ण करने वाले ओ प्रभु ने। सरना जोग, जो शरणी आवे तिस कंठ लाए। जेड़ा भी प्रभु की शरण आंदा है उन्होंने कंठ लाउंदा है, शरणा जोग है। ये नहीं कि उन्हें किसी नूं पापी नूं अपनी शरण दे विच नहीं रखना, जां किसी निंदक नूं नहीं। जेड़ा उहदी शरण च आएगा वो मनसा मन की कामना पूर्ण करने वाले ने, ते हर एक नूं अपनी शरणी दे विच रखण वाले ने। बशर्ते कोई गुनाह बख्शाउण वास्ते प्रभु के दर ते पहुँचे तां सही, मन करके उस अविनाशी नूं ध्याए तां सही। जो कर पाया सोई होग, जो किछ प्रभु ने कर दिता उही वरतेगा, उही होना है जी। हरन भरन जाका नेत्र फोर, तिसका मंत्र ना जानै होर। कहते उहदे लई हरन फरन भरन बनाना, भर देना, भर के ख़त्म कर देना, अख दे झपकाउण जिन्ना है उहदे लई। वो इन्ना ताकतवर है। तिसका मंत्र ना जानै होर, उहदी ताकत उहदी समर्था नूं वो आप ही जान सकदा है, कोई होर नहीं जान सकदा जी। आनंद रूप मंगल सद जाकै, सर्ब थोक सुनिए है घर ताकै। उहदा रूप आनंद ते मंगल खुशी देण वाला है। उहदा रूप उहनूं चेते करना, उहनूं ध्याउणा। धन गुरु अमरदास महाराज जी कहते हैं, इसलिए आनंद भया मेरी माए सतगुरु मैं पाया। सतगुरता पाया सह सेती मन वजियां वाधाइयां। और उन्होंने जद पा लिया तो फिर ए मन मेरिया तू सदा रहो हर नाले, हर नाल रहो तू मन मेरे, दुख सब विसारना। सारे दुख खत्म होणगे। वो आनंद दा है ते मंगल रूप भी है। फिर की कुछ है साचे साहिबा, क्या नाही घर तेरा, घर ता तेरा सब कुछ है, जिस देह सो पावे। सदा सिफत सलाह तेरी, नाम मन वसावे। नाम जिनकै मन वसिया, वाजे शब्द कनेरे। आनंद रूप मंगल सद जाकै, ਜਿਹੜਾ ਉਹਨੂੰ ਧਿਆਉਂਦਾ ਉਹਨੂੰ ਆਨੰਦ ਵਰਤਦਾ ਹੈ, ਉਹਦੇ ਅੰਦਰ ਮੰਗਲ ਖੁਸ਼ੀਆਂ ਸੋਹਲੇ ਦੇ ਗੀਤ ਗੂੰਜਦੇ ਨੇ। ਸਤਿਗੁਰੂ ਜੀ ਕਹਿੰਦੇ ਸਦ ਹੀ ਉਹਦੇ ਘਰ ਦੇ ਵਿੱਚ ਹੈ। ਤੇਰੇ ਘਰ ਆਨੰਦ ਵਧਾਈ, ਤੁਧ ਕਰ ਮਾਨ ਮਹੱਤਾ ਤੇਜ ਆਪਣਾ ਆਪ ਜਰ। ਸਭ ਕੁਛ ਉਹਦੇ ਕੋਲ ਹੈ। ਸਰਬ ਥੋਕ ਸੁਣੀਆਂ ਘਰ ਤੱਕ ਹੈ। ਸਾਰੀਆਂ ਚੀਜ਼ਾਂ ਸਾਰੀਆਂ ਦਾਤਾਂ ਥੋਕ ਰੂਪ ਦੇ ਵਿੱਚ ਉਹਦੇ ਚਰਨਾਂ 'ਚ ਪਈਆਂ ਨੇ। ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ। ਜੇ ਇੱਕ ਉਹ ਖਸਮ ਆ ਜੇ, ਸਰਬ ਥੋਕ ਸੁਣੀਆਂ ਘਰ ਤੱਕ ਹੈ। ਉਹਦੇ ਘਰ ਦੇ ਵਿੱਚ ਸੁਣਿਆ ਕਿ ਹਰ ਇੱਕ ਪਦਾਰਥ ਥੋਕ ਦੇ ਵਿੱਚ ਹੈ। ਉਹ ਪ੍ਰਭੂ ਸਭ ਕੁਛ ਦੇਣ ਵਾਲਾ ਹੈ ਜੀ। ਰਾਜ ਮਹਿ ਰਾਜ, ਜੋਗ ਮਹਿ ਜੋਗੀ, ਤਪ ਮੈਂ ਤਪੀਸੁਰ, ਤਪ ਮੈਂ ਤਪੀਸਰ, ਗ੍ਰਸਤ ਮਹਿ ਭੋਗੀ। ਇਹ ਉਹਦੀ ਵਡਿਆਈ ਹੈ। ਰਾਜ ਮਹਿ ਰਾਜ, ਰਾਜਿਆਂ ਦੇ ਅੰਦਰ ਰਾਜਾ ਹੈ ਤੇ ਜੋਗੀਆਂ ਦੇ ਅੰਦਰ ਜੋਗੀ ਹੈ। ਇਹ ਰਾਜਾ ਨਰਾਜ ਹੈ, ਭਾਨਾ ਨ ਭਾਨ, ਦੇਵਾ ਨ ਦੇਵ, ਉਪਮਾ ਮਹਾਨ। ਕਿਸ ਰੂਪ ਦੇ ਵਿੱਚ ਗਈ ਹੈ? ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ,
तेरा अंत ना पाया सुरग मच प्याल जियो, हों वार ने कुर्बान तेरा नाम जियो। राज मह राज, राजियां दे अंदर राजा, जोग मह जोगी, जोगियां दे अंदर वड्डा जोगी, तप मैं तपीसर, तप करन वालियां दे अंदर तप रूप दे विच वरत रहा वड्डा तपीसर है। गृहस्थ मह भोगी, ते वड्डियां गृहस्थियां दे विच आप ही भोगण वाला है जी। ध्याए ध्याए भगता सुख पाया, नानक तिस पुरख का किनै अंत ना पाया। जिन्हें ध्याया उन्हें परम पद की प्राप्ति की है। जिन हर ध्यायो तिन पूर्ण प्रताप पायो। ये सतगुर जी की बख्शीश है, कृपा है। ध्याए ध्याए भगता सुख पाया, भगत जना ने सुख प्राप्त किया है उस प्रभु नूं ध्या के। नानक तिस पुरख का अंत ना पाया, उस जन उस पुरख का, उस करता पुरख वाहिगुरु का इस रूप च भी अंत नहीं पाया जा सकता कि वह अविनाशी है, मैं जान लिया। वो त्रैगुण तो निर्लेप है, मैं जान लिया। वो कोल सब कुछ है, मैं जान लिया। राज दे अंदर राजा है, जोगियां दे अंदर जोगी है, गृहस्थियां दे अंदर भोगी है, तप दे अंदर तपी है वड्डा। ये जान के भी गुरु अर्जुन साहब जी कहते हैं, नानक तिस पुरख का किने अंत ना पाया, किसी ने अंत नहीं पाया। भाई गुरदास जी कहते जद उहदे अंत की प्राप्ति, उहदे अंत वल तुरे हाँ ते दर्शन देखत ही सुध की ना सुध रही, बुद्ध की ना बुद्ध रही, मत में ना मत है, सुरत में ना सुरत औ, ध्यान में ना ध्यान रहो, ज्ञान में ना ज्ञान रहो, गत में ना गत है। धीरज को धीरज गयो, रत में ना रत रही, पत रत पत है। अद बुद्ध परमद बुद्ध, बिस्मय बिस्म, आश्चर्य आश्चर्य। ये कुछ जानिया कि वो अद्भुत है नहीं, वो परमदभुत है। इस तो भी परां दा आनंद देण वाला है। वो बिस्मय बिस्म है, बिस्म भई है उन्होंने वेख के। हाँ बिस्म 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 ही भई है, कहते उन्होंने वेख वेख के बिस्म होया। पर नहीं, भाई गुरदास जी कहते अद्भुत परमदभुत, बिस्मय बिस्म, आश्चर्य आश्चर्य, जिस तो भी परां है। फिर कहते ना अंत अत अत है, अंत है, अंत नहीं पाया जा सकता। किन्हीं तेरा अंत ना पाया, नानक तिस पुरख का किन्ह अंत ना पाया। किसी रूप दे विच अंत नहीं पाया जा सकता। सिर्फ और सिर्फ कर साधु अंजलि पुन वड्डा है, कर डंडौत पुन वड्डा है रहाओ। बस उहदे अगे सिर झुकाया जा सकता। डंडेवत डंडौत बंधन अनेक बार, सर्व कला समरथ, डोलन ते राखो प्रभु नानक दे कर हथ। सतगुर जी भली करन, सभे जी संभाल अपनी मेहर कर, अन्न पानी मुच उपाय दुख दालत भन धर। अरदास सुनी दातार होई श्रेष्ठ ठर, लेव ओह कंठ लगाए अपदा सब हर। नानक नाम ध्याए प्रभ का सफल कर। सतगुर जी भली करन, रोगी का प्रभ खंडो हो रोग। सतगुर जी रोगियां दा रोग दूर करन, आप मेहरामत बख्शिश करन। जिन्ने भी रोगी भावें वो घरां विच ने, भावें वो हस्पताल दे विच ने, भावें सारियां दे अपने प्यार वाले, सतगुर जी सारियां ते मेहरामत बख्शिश करन। आप विच वरत के धानक तो धानक बीमारी तो बचा के सतगुर सच्चे पातशाह अपने प्यारे बच्चियां नूं इस रोगां तो बचाउण। महाराज जी मेहर करन। साहिब जी दा ये फरमान चेते रखिए कि सभे जी संभाल अपनी मेहर कर। तो साहिब जी नूं अरज़ोई करिए कि हे प्राणनाथ गोबिंद है, प्राणा दे दाते तुसी हो, मोया नूं जवालण वाले तुसी हो। प्रभ भावै बिन सास ते राखे, ये भी तुहाडी कला है सतगुर सच्चे पातशाह। हे प्राणनाथ गोबिंद है, कृपा निधान जगत गुरो। हे संसार ताप हरनै करुणा में सब दुख हरो। हे शरणजोग दयाल है, दीनानाथ मया करो। शरीर स्वस्थ, शरीर दे रोगां नूं भी तुसी स्वस्थ करो। शरीर स्वस्थ खीण समय सिमरंत नानक, राम दमोदर माधवै। पिछले अवगुण बख्श ले, प्रभ आगे मार्ग पावै। पिछलियां गलतियां बख्श के सच्चे पातशाह जी अगे तुसी चंगा जीवन बख्शो, नरोआ जीवन बख्शो। साहिब जी मेहर करन। आप सारियां संगतां दे शुक्रगुजार हां। सतगुर जी ने अज दी 16वीं अष्टपदी दे विच सिर्फ और सिर्फ उस अविनाशी प्रभु दे सिमरन की ताकीद की है, जिन्हों असी अखां नाल पूर्ण रूप से जे कोई कहे ना कि वो कित्थे है, बस धन गुरु नानक साहब महाराज जी की साखी चेते आउंदी है। जद
ਮੱਕੇ ਮਦੀਨੇ ਦੇ ਕਾਜ਼ੀ ਨੇ ਪੁੱਛਿਆ ਸੀ ਕਿ ਉਹ ਖੁਦਾ ਹੈ ਪਰ ਕਿੱਥੇ ਹੈ, ਕਿਉਂ ਨਹੀਂ ਦਿਸਦਾ? ਤੇ ਗੁਰੂ ਨਾਨਕ ਸਾਹਿਬ ਨੇ ਦੁੱਧ ਦਾ ਲੋਟਾ ਅੱਗੇ ਰੱਖ ਕੇ ਕਿਹਾ ਸੀ, ਕਾਜ਼ੀ ਸਾਹਿਬ ਦੁੱਧ ਦੇ ਅੰਦਰ ਮੱਖਣ ਹੈ, ਕਿੱਥੇ ਹੈ? ਪਰ ਕਾਜ਼ੀ ਕਹਿੰਦਾ ਹੈ ਪਰ ਜੁਗਤ ਨਾਲ ਪ੍ਰਗਟ ਹੁੰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਸਾਰਿਆਂ ਦੇ ਅੰਦਰ ਉਹ ਅਬਿਨਾਸ਼ੀ ਖੁਦਾ ਪਰਵਤਗਾਰ ਵਾਹਿਗੁਰੂ ਹੈ, ਸਭ ਦੇ ਵਿੱਚ ਹੈ, ਹਰ ਥਾਂ ਹੀ ਹੈ, ਪਰ ਜੁਗਤ ਨਾਲ ਪ੍ਰਗਟ ਹੁੰਦਾ ਹੈ। ਉਹ ਜੁਗਤੀ ਸਤਿਗੁਰੂ ਜੀ ਇਸ ਬਾਣੀ ਦੇ ਵਿੱਚ ਦੱਸੀ ਜਾ ਰਹੀ ਹੈ। ਹਾਂ, ਮੈਨੂੰ ਮਾਰਨ ਦੀ ਜੁਗਤੀ, ਮੈਨੂੰ ਖਤਮ ਕਰਨ ਦੀ ਜੁਗਤੀ, ਅੰਦਰ ਗੁਣੀ ਨਿਧਾਨ ਖਸਮ ਨੂੰ ਤਿਆ ਕੇ ਗੁਣਾਂ ਨੂੰ ਧਾਰਨ ਕਰਨ ਦੀ ਜੁਗਤੀ। ਕੱਲਾ ਜ਼ੁਬਾਨ ਤੋਂ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਅਗੰਮ ਅਗੋਚਰ ਅਤ ਵੱਡਾ ਅਤੁਲ ਨਾ ਤੋਲਿਆ ਜਾਏ। ਐ ਨਹੀਂ ਉਹ ਤੋਲਿਆ ਜਾ ਸਕਦਾ, ਉਹ ਇਆਣਾ ਨਹੀਂ ਹੈ। ਮਹਾਰਾਜ ਜੀ ਇਸੀ ਅਸ਼ਟਪਦੀ ਦੇ ਵਿੱਚ ਕਹਿੰਦੇ ਉਹ ਬਹੁਤ ਸਿਆਣਾ ਹੈ, ਉਹ ਗਹਿਰ ਗੰਭੀਰ ਗਹੀਰ ਸੁਜਾਨਾ। ਉਸ ਤੋਂ ਸਿਆਣੇ ਨਾ ਬਣੀਏ ਅਸੀਂ, ਉਸ ਤੋਂ ਸਿਆਣੇ ਬਣ ਵੀ ਨਹੀਂ ਸਕਦੇ। ਅੰਤ ਦੇ ਵਿੱਚ ਉਸੀ ਪ੍ਰਭੂ ਦੀ ਸਿਆਣਪ ਹੈ ਕਿ ਸਭ ਕੁਝ ਦੇਣ ਵਾਲਾ ਉਹ ਹੈ, ਥੋਕ ਪਦਾਰਥ ਹੈ, ਜੋ ਕੁਛ ਪਾਇਆ ਸੋ ਏਕਾ ਵਾਰ। ਸੋ ਉਸ ਅਬਿਨਾਸ਼ੀ ਪ੍ਰਭੂ ਦੇ ਚਰਨਾਂ ਦੇ ਵਿੱਚ ਘੜੀ ਦੋ ਘੜੀ ਮਨ ਜ਼ਰੂਰ ਟਿਕਾਈਏ। ਕਰਤਾਰ ਭਲੀ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।